ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। 6 ਵਜੇ ਦੀਆਂ 6 ਵੱਡੀਆਂ ਖਬਰਾਂ ਲੈ ਕੇ ਮੈਂ ਵਿਜੇਪਾਲ ਸਿੰਘ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਸ਼ੁਰੂਆਤ ਕਰਾਂਗੇ ਰੋਪੜ ਤੋਂ ਇੱਕ ਵੱਡੀ ਖਬਰ ਦੇ ਨਾਲ। ਰੋਪੜ ਦੇ ਵਿੱਚ ਪਿਟਬੁਲ ਨੇ ਇੱਕ ਹੋਮਗਾਰਡ ਦੇ ਹੌਲਦਾਰ ਤੇ ਹਮਲਾ ਕਰ ਦਿੱਤਾ ਔਰ ਬੁਰੀ ਤਰ੍ਹਾਂ ਹੌਲਦਾਰ ਨੂੰ ਜ਼ਖਮੀ ਕਰ ਦਿੱਤਾ ਗਿਆ ਪਿਟਬੁਲ ਵੱਲੋਂ ਔਰ ਇੰਨਾ ਜ਼ਖਮੀ ਕਰ ਦਿੱਤਾ ਕਿ ਉਸ ਨੂੰ ਪੀਜੀਆਈ ਰੈਫਰ ਕੀਤਾ ਗਿਆ ਹੈ। ਚੰਡੀਗੜ੍ਹ ਪੀਜੀਆਈ ਰੈਫਰ ਕੀਤਾ ਗਿਆ ਹੈ ਹੋਮਗਾਰਡ ਦੇ ਹੌਲਦਾਰ ਨੂੰ ਜਿਸ ਤੇ ਪਿਟਬੁਲ ਨੇ ਅਟੈਕ ਕੀਤਾ ਹੈ। ਪਿਟਬੁਲ ਜਿਹੜਾ ਕੁੱਤਾ ਹੈ ਜੋ ਲੋਕ ਘਰੇ ਰੱਖਦੇ ਨੇ ਉਹ ਇੰਨਾ ਖਤਰਨਾਕ ਹੈ ਕਿ ਪਹਿਲਾਂ ਵੀ ਉਸਦੇ ਕਈ ਐਸੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਜਿੱਥੇ ਉਸਨੇ ਅਟੈਕ ਕੀਤਾ ਹੈ ਲੋਕਾਂ ਨੂੰ ਔਰ ਹੁਣ ਇਹ ਮਾਮਲਾ ਰੋਪੜ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਹੌਲਦਾਰ ਤੇ ਅਟੈਕ ਕੀਤਾ। ਉਹ ਤਸਵੀਰਾਂ ਅਸੀਂ ਕਿਉਂਕਿ ਉਸ ਨੂੰ ਬਲੈਕ ਐਂਡ ਵਾਈਟ ਮੋਡ ਦੇ ਵਿੱਚ ਦਿਖਾਉਣਾ ਪੈਂਦਾ ਹੈ, ਉਸ ਨੂੰ ਦਿਖਾ ਨਹੀਂ ਸਕਦੇ। ਇੰਨਾ ਜ਼ਖਮੀ ਕਰ ਦਿੱਤਾ, ਉਹਨੂੰ ਲਹੂ ਲੋਹਾਨ ਕਰ ਦਿੱਤਾ ਇਸ ਹੌਲਦਾਰ ਨੂੰ। ਇਹ ਹੋਮਗਾਰਡ ਦਾ ਹੌਲਦਾਰ ਹੈ ਔਰ ਚੰਡੀਗੜ੍ਹ ਰੈਫਰ ਕਰਨਾ ਪਿਆ ਹੈ ਇਸ ਹੌਲਦਾਰ ਨੂੰ। ਅਵਤਾਰ ਕੰਬੋਜ ਸਾਡੇ ਸਹਿਯੋਗੀ ਜੁੜੇ ਨੇ ਹੋਰ ਗੱਲਬਾਤ ਦੇ ਲਈ ਰੋਪੜ ਤੋਂ। ਅਵਤਾਰ, ਪੂਰਾ ਮਾਮਲਾ ਸਮਝਣਾ ਚਾਹਾਂਗੇ, ਕਿਵੇਂ ਹੋਇਆ, ਕਿਹੜੀ ਜਗ੍ਹਾ ਹੋਇਆ, ਕੌਣ ਸੀ ਮਾਲਕ ਇਸ ਕੁੱਤੇ ਦਾ ਔਰ ਕਿਵੇਂ ਇਹਨੇ ਅਟੈਕ ਕੀਤਾ ਹੈ? ਜੀ ਵਿਜੇਪਾਲ, ਬਿਲਕੁਲ ਇਹ ਮਾਮਲਾ ਹੈਗਾ ਮੁਰਿੰਡਾ ਜੋ ਤਹਿਸੀਲ ਹੈ ਰੋਪੜ ਜ਼ਿਲ੍ਹੇ ਦੀ। ਮੁਰਿੰਡੇ ਦੇ ਕੋਲ ਪਿੰਡ ਹੈਗਾ ਟੰਗਰਾਲੀ ਪਿੰਡ ਦਾ ਮਾਮਲਾ। ਇਹ ਰਣਧੀਰ ਸਿੰਘ ਜੋ ਇੱਕ ਪਿਟਬੁਲ ਕੁੱਤੇ ਦਾ ਮਾਲਕ ਹੈ, ਰਣਧੀਰ ਸਿੰਘ ਹੈਗਾ, ਉਹ ਹੋਮਗਾਰਡ ਦੇ ਵਿੱਚ ਹੌਲਦਾਰ ਹੈਗਾ ਤੇ ਪੰਚਕੂਲੇ ਉਸਦੀ ਡਿਊਟੀ ਹੈਗੀ। ਤੇ ਬੀਤੀ ਸ਼ਾਮ ਦਾ ਮਾਮਲਾ ਜੀ, ਜਦੋਂ ਇਹ ਆਪਣੇ ਘਰ ਆਉਂਦੇ ਨੇ ਰਣਧੀਰ ਸਿੰਘ, ਤਾਂ ਉਸ ਵੇਲੇ ਘਰ ਆਉਣ ਤੋਂ ਇਹਨਾਂ ਦਾ ਕੁੱਤਾ ਹੈ ਉਹ ਹਾਈਪਰ ਹੋ ਜਾਂਦਾ ਹੈ ਤੇ ਕੁਦਰਤੀ ਇੱਕਦਮ ਇਸਦੇ ਉੱਪਰ ਮਾਲਕ ਦੇ ਉੱਪਰ ਹਮਲਾ ਕਰ ਦਿੰਦਾ ਤੇ ਇਸ ਹਮਲੇ ਦੇ ਵਿੱਚ ਇਸਦੀ ਲੱਤ ਤੇ ਅਤੇ ਬਾਂਹ ਤੇ ਅਤੇ ਹੋਰ ਸਰੀਰ ਦੇ ਕਈ ਥਾਵਾਂ ਦੇ ਉੱਤੇ ਇਸਦੇ ਵੱਲੋਂ ਵੱਢਿਆ ਜਾਂਦਾ ਤੇ ਬੁਰੀ ਤਰ੍ਹਾਂ ਆਪਾਂ ਕਹਿ ਦਈਏ ਤਾਂ ਕਿ ਲਹੂ ਲੁਹਾਨ ਕਰ ਦਿੱਤਾ ਜਾਂਦਾ ਹੈਗਾ। ਤੇ ਉਸ ਤੋਂ ਬਾਅਦ ਇਸ ਨੂੰ ਰਣਧੀਰ ਸਿੰਘ ਨੂੰ ਮੁਰਿੰਡਾ ਦੇ ਹਸਪਤਾਲ ਵਿੱਚ ਲਿਜਾਇਆ ਜਾਂਦਾ ਹੈਗਾ ਤੇ ਮੁਰਿੰਡਾ ਹਸਪਤਾਲ ਦੇ ਵਿੱਚ ਉਹ ਮੁੱਢਲੀ ਸਹਾਇਤਾ ਦੇ ਕੇ ਮੋਹਾਲੀ ਰੈਫਰ ਕਰ ਦਿੰਦੇ ਨੇ। ਮੋਹਾਲੀ ਦੇ 6 ਫੇਸ ਸਰਕਾਰੀ ਹਸਪਤਾਲ ਹੈ ਜੋ ਉੱਥੇ ਭੇਜਿਆ ਜਾਂਦਾ ਹੈਗਾ ਤੇ ਫਿਰ 6 ਫੇਸ ਦੇ ਹਸਪਤਾਲ ਦੇ ਵਿੱਚੋਂ ਵੀ ਇਹਨਾਂ ਨੂੰ ਰੈਫਰ ਕਰਨਾ ਪੈਂਦਾ ਕਿਉਂਕਿ ਗੰਭੀਰ ਸੱਟਾਂ ਸੀਗੀਆਂ, ਗੰਭੀਰ ਜ਼ਖਮ ਹੋਏ ਸੀ ਬੋਡੀ ਤੇ। ਤਾਂ ਉਸ ਤੋਂ ਬਾਅਦ 32 ਸੈਕਟਰ ਦੇ ਹਸਪਤਾਲ ਦੇ ਵਿੱਚ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਬੇਸ਼ੱਕ ਖਤਰੇ ਤੋਂ ਬਾਹਰ ਹੈਗਾ, ਇਲਾਜ ਚੱਲ ਰਿਹਾ ਹੈ, ਪਰੰਤੂ ਲੇਕਿਨ ਆਪਾਂ ਪਹਿਲਾਂ ਵੀ ਸੁਣਦੇ ਹਾਂ ਕਿ ਜਿਵੇਂ ਖਤਰਨਾਕ ਨਸਲ ਦੇ ਜੋ ਵੱਖ-ਵੱਖ ਨਸਲ ਦੇ ਕੁੱਤੇ ਨੇ ਉਹ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਤੇ ਕਈ ਵਾਰ ਮਾਲਕ ਦੇ ਉੱਪਰ ਵੀ ਹਮਲੇ ਕਰਦੇ ਨੇ ਤੇ ਜ਼ਖਮੀ ਮਾਲਕ ਹੋ ਜਾਂਦੇ ਨੇ। ਪਰੰਤੂ ਉਸ ਤੋਂ ਬਾਅਦ ਉਸਦੇ ਬਾਵਜੂਦ ਫਿਰ ਵੀ ਲੋਕਾਂ ਦਾ ਜੋ ਸ਼ੌਂਕ ਹੈਗਾ ਕੁੱਤੇ ਰੱਖਣ ਦਾ, ਪਾਲਤੂ ਪੈਟਸ ਰੱਖਣ ਦਾ, ਤੇ ਉਸਦੇ ਵਿੱਚ ਖਤਰਨਾਕ ਨਸਲ ਦੇ ਕੁੱਤੇ ਹਜੇ ਵੀ ਰੱਖੇ ਜਾ ਰਹੇ ਨੇ ਜੋ ਮਨੁੱਖੀ ਜੀਵਨ ਦੇ ਲਈ ਕਈ ਵਾਰ ਘਾਤਕ ਸਿੱਧ ਹੁੰਦੇ ਨੇ ਜੀ। ਹਾਲਾਂਕਿ ਇਸ ਤੇ ਬੈਨ ਵੀ ਲੱਗਿਆ ਹੋਇਆ ਹੈ ਕਿ ਤੁਸੀਂ ਰੱਖ ਨਹੀਂ ਸਕਦੇ ਇਸ ਤਰੀਕੇ ਨਾਲ, ਫਿਰ ਵੀ ਲੋਕ ਰੱਖਦੇ ਆ ਇਸ ਨੂੰ। ਜੀ ਬਿਲਕੁਲ ਸਰਕਾਰ ਵੈਨ ਤਾਂ ਲੱਗਿਆ ਹੋਇਆ, ਪਰੰਤੂ ਉਸ ਵੈਨ ਨੂੰ ਚੈੱਕ ਆਊਟ ਕੌਣ ਕਰਦਾ? ਪ੍ਰਸ਼ਾਸਨ ਦਾ ਕਿਹੜਾ ਅਧਿਕਾਰੀ ਚੈੱਕ ਕਰਦਾ ਹੈਗਾ ਕਿ ਕਿਸ ਵਿਅਕਤੀ ਦੇ ਕੋਲ ਕਿਹੜੀ ਨਸਲ ਦਾ ਕੁੱਤਾ ਹੈਗਾ? ਜੇ ਕੁੱਤਾ ਹੈ ਤਾਂ ਉਸਨੂੰ ਰਜਿਸਟ੍ਰੇਸ਼ਨ ਹੋ ਰਹੀ ਕਿ ਕਿਹੜੀ ਨਸਲ ਦੇ ਕੁੱਤੇ ਕਿਸ ਬੰਦੇ ਨੇ ਰੱਖੇ ਹੋਏ ਨੇ। ਕੋਈ ਇਸ ਤਰ੍ਹਾਂ ਦਾ ਕੋਈ ਰਜਿਸਟ੍ਰੇਸ਼ਨ ਦਾ ਕੋਈ ਫਾਰਮੂਲਾ ਜਾਂ ਕੋਈ ਉਸ ਤਰ੍ਹਾਂ ਦੀ ਪ੍ਰੋਸੈਸ ਪ੍ਰਸ਼ਾਸਨ ਦੇ ਵੱਲੋਂ ਨਹੀਂ ਚਲਾਈ ਜਾਂਦੀ, ਜਿਸ ਕਰਕੇ ਖਤਰਨਾਕ ਨਸਲ ਦੇ ਕੁੱਤੇ ਆਮ ਤੌਰ ਦੇ ਉੱਪਰ ਆਪਾਂ ਲੋਕੀ ਵੇਖੇ ਜਾਂਦੇ ਨੇ ਕਿ ਲੋਕੀ ਰੱਖਦੇ ਨੇ ਤੇ ਸੜਕਾਂ ਦੇ ਉੱਤੇ ਗਲੀਆਂ ਮੁਹੱਲਿਆਂ ਦੇ ਵਿੱਚ ਵੀ ਬਾਹਰ ਕਈ ਵਾਰ ਘੁਮਾਉਂਦੇ ਹੋਏ ਆਪਾਂ ਦੇਖਦੇ ਹਾਂ ਕਿ ਖਤਰਨਾਕ ਨਸਲ ਦੇ ਕੁੱਤੇ ਲੋਕੀ ਬਾਹਰ ਘੁਮਾ ਰਹੇ ਨੇ, ਜਿਹਨੂੰ ਦੂਰ ਤੋਂ ਦੇਖ ਕੇ ਹੀ ਆਮ ਤੌਰ ਦੇ ਉੱਪਰ ਜੋ ਆਮ ਦੂਸਰੇ ਵਿਅਕਤੀ ਹੁੰਦੇ ਨੇ ਉਹ ਖੌਫ ਖਾਂਦੇ ਨੇ ਕਿ ਕਿਵੇਂ ਦੀ ਕਿਸ ਤਰ੍ਹਾਂ ਦੀ ਨਸਲ ਹੈਗੀ ਇਸ ਕੁੱਤੇ ਦੀ, ਤੇ ਮਾਲਕ ਉਸ ਨੂੰ ਆਪਣੇ ਨਾਲ ਬੜੇ ਲਾਡ ਚਾਅ ਨਾਲ ਰੱਖਦੇ ਨੇ। ਪਰੰਤੂ ਕਈ ਵਾਰ ਇਹ ਹਾਈਪਰ ਹੋ ਕੇ ਖੁਦ ਮਾਲਕ ਨੂੰ ਵੀ ਨੁਕਸਾਨ ਪਹੁੰਚਾ। ਅੱਛਾ ਅਵਤਾਰ, ਪਰਿਵਾਰ ਨੇ ਕੁਝ ਦੱਸਿਆ ਕਿ ਕਿਉਂ ਮਤਲਬ ਕੁੱਤਾ ਇਸ ਕਦਰ ਭੜਕ ਗਿਆ ਜਾਂ ਹਰਖ ਗਿਆ ਕਿ ਮਾਲਕ ਤੇ ਅਟੈਕ ਕਰ ਦਿੱਤਾ? ਨਹੀਂ, ਇਸ ਦੇ ਬਾਰੇ ਕੋਈ ਖਾਸ ਖੁਲਾਸਾ ਨਹੀਂ ਹੈਗਾ ਕਿ ਕੁੱਤਾ ਕਿਉਂ ਭੜਕ ਗਿਆ ਹੈਗਾ। ਜਦੋਂ ਇਹ ਰਣਧੀਰ ਸਿੰਘ ਆਪਣੇ ਘਰ ਆਉਂਦੇ ਨੇ ਤਾਂ ਅਚਾਨਕ ਕੁੱਤਾ ਹਮਲਾ ਕਰ ਦਿੰਦਾ ਹੈਗਾ ਤੇ ਹਮਲਾ ਕਰਨ ਤੋਂ ਬਾਅਦ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੰਦਾ ਹੈ। ਤੇ ਨੈਚੁਰਲੀ ਕੁਦਰਤੀ ਤੌਰ ਤੇ ਹੁੰਦਾ ਜਦੋਂ ਇਸ ਤਰ੍ਹਾਂ ਦੀ ਕੋਈ ਘਟਨਾ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਇਹ ਹੁੰਦਾ ਕਿ ਹਫੜਾ ਦਫੜੀ ਮਚ ਜਾਂਦੀ ਤੇ ਉਸ ਤੋਂ ਬਾਅਦ ਜਿਵੇਂ ਜ਼ਖਮੀ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਜਾਂਦਾ ਹੈਗਾ। ਪਰੰਤੂ ਕੁੱਤਾ ਕਿਉਂ ਇਵੇਂ ਨੁਕਸਾਨ ਕੁੱਤੇ ਨੇ ਕੀਤਾ ਹੈਗਾ ਤੇ ਕਿਉਂ ਹਾਈਪਰ ਹੋਇਆ ਸੀਗਾ ਉਹ ਇਸ ਦੇ ਬਾਰੇ ਨਹੀਂ ਕੋਈ ਖੁਲਾਸਾ ਕੀਤਾ ਜਾ ਸਕਦਾ। ਪਰੰਤੂ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਜੋ ਖਤਰਨਾਕ ਨਸਲ ਦੇ ਕੁੱਤੇ ਨੇ ਇਹ ਅਕਸਰ ਲੋਕਾਂ ਦੇ ਉੱਤੇ ਹਮਲਾ ਕਰਦੇ ਨੇ ਤੇ ਆਂਢੀ ਗੁਆਂਢੀ ਦੀ ਕਈ ਵਾਰ ਆਪਾਂ ਸ਼ਿਕਾਇਤਾਂ ਦੇਖਣ ਨੂੰ ਮਿਲਦੀਆਂ ਨੇ ਕਿ ਪੜੋਸ ਦੇ ਵਿਅਕਤੀ ਜਾਂ ਗਲੀਆਂ ਦੇ ਵਿੱਚ ਘੁੰਮਦੇ ਬੱਚੇ ਅਕਸਰ ਉਹਨਾਂ ਦੇ ਮਾਂ ਪਿਓ ਸ਼ਿਕਾਇਤ ਕਰਦੇ ਨੇ ਕਿ ਤੁਸੀਂ ਬੜਾ ਖਤਰਨਾਕ ਨਸਲ ਦਾ ਕੁੱਤਾ ਰੱਖਿਆ ਹੋਇਆ। ਤੇ ਆਮ ਤੌਰ ਦੇ ਉੱਪਰ ਇਹਨਾਂ ਦੇ ਵੱਲੋਂ ਜੋ ਇਸ ਤਰ੍ਹਾਂ ਦੇ ਇੰਸੀਡੈਂਟ ਕੀਤੇ ਜਾਂਦੇ ਆ ਉਹ ਆਉਂਦੇ ਨੇ ਤਾਂ ਇੱਕ ਵਾਰ ਫਿਰ ਦੁਹਰਾਇਆ ਗਿਆ ਹੈ। ਮੁਰਿੰਡਾ ਜੋ ਤਹਿਸੀਲ ਹੈਗੀ, ਮੁਰਿੰਡਾ ਤਹਿਸੀਲ ਦੇ ਨਾਲ ਟੰਗਰਾਲੀ ਪਿੰਡ ਦੇ ਵਿੱਚ ਇਹ ਹਵਲਦਾਰ ਨੇ ਹੋਮਗਾਰਡ ਦੇ ਵਿੱਚ ਜੋ ਪੰਚਕੂਲੇ ਇਹਨਾਂ ਦੀ ਡਿਊਟੀ ਹੈ, ਇਹਨਾਂ ਦੇ ਉੱਪਰ ਖੁਦ ਇਹਨਾਂ ਦੇ ਪਾਲਤੂ ਕੁੱਤੇ ਨੇ ਜੋ ਹਮਲਾ ਕੀਤਾ। ਇਹ ਤਸਵੀਰ ਸਾਹਮਣੇ ਆਈ ਹੈ ਜੀ ਵਿਜੇਪਾਲ। ਠੀਕ ਹੈ, ਧੰਨਵਾਦ ਅਵਤਾਰ ਇਸ ਜਾਣਕਾਰੀ ਦੇ ਲਈ। ਤਾਂ
ਪਿਟਬੁਲ ਦਾ ਇਹ ਅਟੈਕ ਹੈ। ਹਾਲਾਂਕਿ ਬੈਨ ਲੱਗਿਆ ਹੋਇਆ ਇਹਨਾਂ ਤੇ ਘਰੇ ਰੱਖਣ ਤੇ, ਪਰ ਫਿਰ ਵੀ ਲੋਕ ਰੱਖਦੇ ਨੇ ਔਰ ਫਿਰ ਇਸ ਤਰੀਕੇ ਦੇ ਹਾਦਸੇ ਵਾਪਰਦੇ ਨੇ ਕਿ ਅੱਜ ਜਿਵੇਂ ਮੋਰਿੰਡਾ ਦੇ ਵਿੱਚ ਮਾਲਕ ਨੂੰ ਹੀ ਇੱਕ ਪਿਟਬੁਲ ਨੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਅਟੈਕ ਕਰਕੇ। ਤੇ ਅਗਲੀ ਵੱਡੀ ਖਬਰ ਦਾ ਰੁਖ ਕਰਦੇ ਹਾਂ। ਗੈਂਗਸਟਰ ਫੜੇ ਨੇ ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ। ਕ੍ਰਾਈਮ ਬ੍ਰਾਂਚ ਦਾ ਐਕਸ਼ਨ ਹੈ। ਗੈਂਗਸਟਰ ਵਿਨੀਤ ਗਹਿਲੋਤ ਨੂੰ ਕਾਬੂ ਕੀਤਾ ਗਿਆ ਹੈ ਔਰ 7 ਹਥਿਆਰ ਬਰਾਮਦ ਹੋਏ ਨੇ ਚੰਡੀਗੜ੍ਹ ਪੁਲਿਸ ਦੀ ਇਸ ਕਾਰਵਾਈ ਦੇ ਵਿੱਚ। ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬ੍ਰਾਂਚ ਦਾ ਇਹ ਐਕਸ਼ਨ ਹੈ। ਵਿਨੀਤ ਗਹਿਲੋਤ ਗੈਂਗਸਟਰ ਦਾ ਨਾਮ ਹੈ ਜਿਸ ਨੂੰ ਕਾਬੂ ਕੀਤਾ ਗਿਆ ਹੈ ਚੰਡੀਗੜ੍ਹ ਦੀ ਕ੍ਰਾਈਮ ਬ੍ਰਾਂਚ ਵੱਲੋਂ। ਹਰਿਆਣਾ ਤੇ ਯੂਪੀ ਪੁਲਿਸ ਨੇ ਇਸ ਤੇ ਇਨਾਮ ਰੱਖਿਆ ਹੋਇਆ ਸੀ। ਮਨਜੀਤ ਮਾਹਲ ਗੈਂਗ ਦਾ ਇਹ ਮੈਂਬਰ ਦੱਸਿਆ ਜਾ ਰਿਹਾ ਹੈ, ਇਹ ਗੈਂਗਸਟਰ ਜਿਹੜਾ ਹੈ, ਔਰ ਇਸ ਤੇ ਇਨਾਮ ਰੱਖਿਆ ਹੋਇਆ ਸੀ ਹਰਿਆਣਾ ਤੇ ਯੂਪੀ ਪੁਲਿਸ ਨੇ। ਮੋਸਟ ਵਾਂਟਡ ਗੈਂਗਸਟਰ ਸੀ। 7 ਹਥਿਆਰ ਇਸ ਗੈਂਗਸਟਰ ਦੇ ਕੋਲੋਂ ਬਰਾਮਦ ਹੋਏ ਨੇ। ਚੰਡੀਗੜ੍ਹ ਪੁਲਿਸ ਦੀ ਇਹ ਵੱਡੀ ਕਾਰਵਾਈ ਹੈ। ਤਸਵੀਰਾਂ ਵੀ ਅਸੀਂ ਦਿਖਾ ਰਹੇ ਹਾਂ। ਇਸ ਗੈਂਗਸਟਰ ਨੂੰ ਚੰਡੀਗੜ੍ਹ ਪੁਲਿਸ ਕਾਬੂ ਕਰਕੇ ਲੈ ਕੇ ਆ ਰਹੀ ਹੈ ਔਰ 7 ਹਥਿਆਰ ਇਸ ਤੋਂ ਬਰਾਮਦ ਕੀਤੇ ਹੋਏ ਨੇ। ਇਨਾਮੀ ਬਦਮਾਸ਼ ਹੈ, ਮਾਹਲ ਗੈਂਗ ਦਾ ਇਹ ਮੈਂਬਰ ਹੈ। ਸੋ ਗੈਂਗਸਟਰ ਨੂੰ ਫੜਿਆ ਹੈ ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਔਰ ਹਰਿਆਣਾ ਯੂਪੀ ਇੱਥੇ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਿਆ ਹੈ। ਇਸ ਕਰਕੇ ਉਹਨਾਂ ਸਟੇਟਾਂ ਦੇ ਵਿੱਚ ਵੀ ਇਹ ਵਾਂਟਡ ਸੀ ਔਰ ਚੰਡੀਗੜ੍ਹ ਪੁਲਿਸ ਦੇ ਹੱਥੇ ਚੜਿਆ ਹੈ। 7 ਹਥਿਆਰ ਇਸ ਕੋਲੋਂ ਬਰਾਮਦ ਹੋਏ ਨੇ। ਜ਼ਿੰਦਾ ਕਾਰਤੂਸ ਮਿਲੇ ਨੇ। ਚੰਡੀਗੜ੍ਹ ਪੁਲਿਸ ਨੇ ਇਸ ਨੂੰ ਹਿਰਾਸਤ ਦੇ ਵਿੱਚ ਲਿਆ ਹੈ। ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਇਸ ਗੈਂਗਸਟਰ ਨੂੰ ਫੜਿਆ ਹੈ। ਕ੍ਰਾਈਮ ਬ੍ਰਾਂਚ ਦੇ ਹੱਥੇ ਚੜਿਆ ਹੈ। ਮਹਾਲ ਗੈਂਗ ਹੈ ਇੱਕ, ਉਸ ਗੈਂਗ ਦਾ ਇਹ ਮੈਂਬਰ ਦੱਸਿਆ ਜਾ ਰਿਹਾ ਹੈ। ਮਨਜੀਤ ਮਾਹਲ ਉਸ ਗੈਂਗ ਦਾ ਇਹ ਮੈਂਬਰ ਹੈ। ਮੋਸਟ ਵਾਂਟਡ ਗੈਂਗਸਟਰ ਦੀ ਕੈਟਾਗਰੀ ਦੇ ਵਿੱਚ, ਯਾਨੀ ਜਿਹੜੇ A ਕਲਾਸ ਗੈਂਗਸਟਰ ਨੇ ਉਹਨਾਂ ਦੀ ਕੈਟਾਗਰੀ ਦੇ ਵਿੱਚ ਇਹ ਆਉਂਦਾ ਹੈ। 7 ਹਥਿਆਰ ਇਸ ਦੇ ਕੋਲੋਂ ਫੜੇ ਗਏ ਨੇ ਔਰ ਚੰਡੀਗੜ੍ਹ ਤੋਂ ਇਲਾਵਾ ਇਸ ਤੇ ਹਰਿਆਣਾ ਤੇ ਯੂਪੀ ਦੇ ਵਿੱਚ ਮਾਮਲੇ ਦਰਜ ਨੇ ਔਰ ਹਰਿਆਣਾ ਤੇ ਯੂਪੀ ਦੇ ਵਿੱਚ ਵੀ ਇਹ ਵਾਂਟਡ ਹੈ। ਬਕਾਇਦਾ ਇਸ ਤੇ ਇਨਾਮ ਵੀ ਹਰਿਆਣਾ ਤੇ ਯੂਪੀ ਸਰਕਾਰ ਨੇ ਜਾਂ ਹਰਿਆਣਾ ਤੇ ਯੂਪੀ ਪੁਲਿਸ ਨੇ ਰੱਖਿਆ ਹੋਇਆ ਸੀ। ਤੇ ਅਗਲੀ ਵੱਡੀ ਖਬਰ ਦਾ ਰੁਖ ਕਰਦੇ ਹਾਂ। VVIP ਸੁਰੱਖਿਆ ਦੇ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ VVIP ਸੁਰੱਖਿਆ ਨੂੰ ਲੈ ਕੇ ਔਰ ਹਾਈ ਕੋਰਟ ਨੇ ਇਸ ਤੇ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਹੈ। ਸੋ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਇਸ ਬਾਬਤ ਡਿਟੇਲ ਮੰਗੀ ਹੈ ਕਿ ਪੰਜਾਬ ਸਰਕਾਰ ਪੂਰਾ ਬਿਊਰਾ ਦੇਵੇ ਕਿ ਸਿਕਿਉਰਿਟੀ ਤੇ ਜਿਹੜੇ ਹੁਕਮ ਜਾਰੀ ਕੀਤੇ ਨੇ, ਸਰਕਾਰ ਨੇ ਜਿਹੜੇ ਸਿਕਿਉਰਿਟੀ ਬਾਬਤ ਜਿਹੜੇ ਹੁਕਮ ਜਾਰੀ ਕੀਤੇ ਸੀ ਉਹਨਾਂ ਦੀ ਡਿਟੇਲ ਮੰਗੀ ਹੈ ਕਿ ਕਦੋਂ ਸਰਕਾਰ ਨੇ ਇਹ ਹੁਕਮ ਜਾਰੀ ਕੀਤੇ ਨੇ। ਪੰਜਾਬ ਸਰਕਾਰ ਵੱਲੋਂ AG ਵਿਨੋਦ ਕਈ ਅੱਜ ਪੇਸ਼ ਹੋਏ ਨੇ ਔਰ ਵਿਨੋਦ ਕਈ ਨੇ ਪੰਜਾਬ ਸਰਕਾਰ ਦਾ ਪੱਖ ਰੱਖਿਆ ਹੈ ਔਰ ਉਹਨਾਂ ਨੇ ਕਿਹਾ ਕਿ ਅਸੀਂ ਸਾਰਿਆਂ ਦੀ ਸੁਰੱਖਿਆ ਦੇ ਲਈ ਗੰਭੀਰ ਹਾਂ। ਸਰਕਾਰ ਵੱਲੋਂ ਉਹਨਾਂ ਨੇ ਪੱਖ ਰੱਖਿਆ ਹੈ ਕਿ ਸਰਕਾਰ ਸਾਰੇ ਉਹਨਾਂ ਵਿਅਕਤੀਆਂ ਦੀ ਸੁਰੱਖਿਆ ਦੇ ਲਈ ਗੰਭੀਰ ਹੈ ਜਿਨ੍ਹਾਂ ਵਿਅਕਤੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਥ੍ਰੈਟ ਹੈ। ਤਾਂ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜੋ ਫੈਸਲੇ ਲਏ ਗਏ ਨੇ ਸੁਰੱਖਿਆ ਬਾਬਤ ਜਾਂ ਸੁਰੱਖਿਆ 'ਚ ਕਟੌਤੀ ਬਾਬਤ ਉਸ ਦੀ ਪੂਰੀ ਡਿਟੇਲ ਮੰਗੀ ਹੈ और उस तो बाद इस पे फैसला राखवा रख लिया है। कि अपनी एक सिक्योरिटी सेस करने की कमेटी है जिसमें होम मिनिस्ट्री के रिप्रेजेंटेटिव भी हैं, राज्य का जैसे DGP है, इंटेलिजेंस का डायरेक्टर है, जॉइंट डायरेक्टर IB है, रॉ है, ये सब लोग ऑफिसर्स हैं उनमें। वो एक परमानेंट प्रोसेस है, वो लगातार चलता रहता है क्योंकि कब किसके बारे में थ्रेट परसेप्शन आ जाए ये कोई हाई कोर्ट में रिटाने पे तो नहीं होता ना। निरंतर एजेंसीज को मिलती रहती हैं, सबकी असेस होती रहती है लगातार। तो वो जो मैकेनिज्म है जिसमें केंद्र भी और राज्य भी इन्वॉल्व हैं वो ऑफिसर्स की कमेटी है, उसमें कोई पॉलिटिकल लोग नहीं होते हैं। वो कमेटी अपनी असेस करके बढ़ाने का ये काम करने का काम करे। इसमें जो हमने जिस पे आज कहा और अदालत में भी जो लोगों ने कहा ये सारे मामले पब्लिक डोमेन में नहीं जाने चाहिए। ਤਾਂ ਉਮੇਸ਼ ਸ਼ਰਮਾ ਸਾਡੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ। ਉਮੇਸ਼, ਕੀ ਕੁਝ ਕਾਰਵਾਈ ਰਹੀ ਹੈ ਕੋਰਟ ਦੇ ਵਿੱਚ, ਕਿਉਂਕਿ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਇਹ ਮਾਮਲਾ ਰਿਹਾ ਹੈ, ਖਾਸ ਕਰਕੇ ਜਦੋਂ ਸਿੱਧੂ ਮੂਸੇਵਾਲਾ ਦਾ ਮਰਡਰ ਹੁੰਦਾ ਉਸ ਤੋਂ ਬਾਅਦ ਇਹ ਮਾਮਲਾ ਜ਼ਿਆਦਾ ਸੁਰਖੀਆਂ ਦੇ ਵਿੱਚ ਆ ਗਿਆ ਤੇ ਹੁਣ ਕੀ ਕੁਝ ਕਾਰਵਾਈ ਹਾਈ ਕੋਰਟ ਦੇ ਵਿੱਚ ਰਹੀ ਹੈ? ਦੇਖੋ ਵਿਜੇ, ਇਸ ਮਾਮਲੇ ਦਾ ਪੁਆਇੰਟ ਜਿਹੜੇ ਜੇ ਆਪਾਂ ਮੇਨ ਪੁਆਇੰਟਾਂ ਦੀ ਗੱਲ ਕਰੀਏ ਤਾਂ ਚਾਹੇ ਕੋਈ ਸਾਬਕਾ ਜਿੰਨੇ ਵੀ ਚਾਹੇ ਮੰਤਰੀ ਹੋਣ MLA ਹੋਣ ਕੋਈ ਉਹ ਲਗਾਤਾਰ ਪਟੀਸ਼ਨਾਂ ਕੋਰਟ ਵਿੱਚ ਪਾਉਂਦੇ ਰਹੇ ਨੇ ਸਿਕਿਉਰਿਟੀ ਨੂੰ ਲੈ ਕੇ ਕਿ ਉਹਨਾਂ ਨੂੰ ਸਿਕਿਉਰਿਟੀ ਹੈ। ਔਰ ਘੱਲੂਕਾਰੇ ਦੇ ਬਾਅਦ ਜਿਹੜੀ ਸਿਕਿਉਰਿਟੀ ਕੱਟ ਕੀਤੀ ਗਈ ਸੀ, ਘੱਲੂਕਾਰਾ ਜਦੋਂ ਹੋਇਆ ਉਸ ਤੋਂ ਬਾਅਦ ਇਹ ਸਿਕਿਉਰਿਟੀ ਰਿਸਟੋਰਡ ਕੀਤੀ ਗਈ ਸੀਗੀ। ਅੱਜ ਕੋਰਟ ਵਿੱਚ ਵਿਨੋਦ ਕਈ ਜਿਹੜੇ ਪੰਜਾਬ ਦੇ ਐਡਵੋਕੇਟ ਜਨਰਲ ਨੇ ਉਹ ਪੇਸ਼ ਹੋਏ।
ਉਹਨਾਂ ਨੇ ਕੋਰਟ ਨੂੰ ਕਿਹਾ ਕਿ ਤੁਸੀਂ ਕੋਰਟ ਨੂੰ ਇਹ ਕਿਹਾ ਕਿ ਸਾਡੇ ਤੇ ਫੇਥ ਰੱਖੋ, ਅਸੀਂ ਪੂਰੀ ਜ਼ਿੰਮੇਵਾਰੀ ਤੇ ਗੰਭੀਰਤਾ ਨਾਲ ਇਹ ਕੋਰਟ ਨੂੰ ਦੱਸਣਾ ਚਾਹ ਰਹੇ ਹਾਂ ਕਿ ਅਸੀਂ ਹਰ ਨਾਗਰਿਕ ਦਾ, ਆਮ ਹੋ ਖਾਸ ਹੋ, ਦੀ ਪ੍ਰੋਟੈਕਸ਼ਨ ਦੀ ਜ਼ਿੰਮੇਵਾਰੀ ਲੈਂਦੇ ਹਾਂ। ਜਿੱਥੇ ਤੱਕ ਗੱਲ ਹੈ ਕਿ ਜਿਹੜੀ ਪਟੀਸ਼ਨਰ ਕਹਿ ਰਹੇ ਨੇ ਕਿ ਸਾਡੀ ਸਿਕਿਉਰਿਟੀ ਨੂੰ ਥ੍ਰੈਟ ਹੈ, ਤਾਂ ਵਿਨੋਦ ਕਈ ਨੇ ਇਹ ਕਿਹਾ ਕਿ ਇਹ ਐਸੈਸ ਕਰਨਾ ਏਜੰਸੀਆਂ ਦਾ ਕੰਮ ਹੈ। ਔਰ ਉਹੀ ਗੱਲ ਸਤਪਾਲ ਜੈਨ ਵੀ ਕਹਿ ਰਹੇ ਸੀ, ਇੱਕ ਗਰੁੱਪ ਬਣਿਆ ਹੋਇਆ ਹੈ ਕਿ ਉਹ ਐਸੈਸ ਕਰਦੇ ਨੇ ਕਿ ਕਿਹਨੂੰ ਸਿਕਿਉਰਿਟੀ ਥ੍ਰੈਟ ਹੈ ਜਾਂ ਜਿਹਨੂੰ ਨਹੀਂ ਹੈ। ਜਿਹਨੂੰ ਨਹੀਂ ਹੈ ਉਹਦੀ ਸਿਕਿਉਰਿਟੀ ਘੱਟ ਕਰਦੀ ਜਾਂਦੀ ਹੈ, ਜਿਹਨੂੰ ਹੈ ਉਹਦੀ ਸਿਕਿਉਰਿਟੀ ਵਧਾ ਦਿੱਤੀ ਜਾਂਦੀ ਹੈ। ਤਾਂ ਇਹੀ ਕੋਰਟ ਵਿੱਚ ਵਿਨੋਦ ਕਈ ਨੇ ਵੀ ਕਿਹਾ ਕਿ ਅਸੀਂ ਪਟੀਸ਼ਨਰ ਜਿਹੜੇ ਹੈਗੇ ਨੇ ਉਹਨੂੰ ਚਿੰਤਾ ਕਰਨ ਦੀ ਲੋੜ ਨਹੀਂ, ਅਸੀਂ ਉਹਨਾਂ ਦੀ ਸਾਰੀ ਜਿਹੜੀ ਗੱਲਬਾਤ ਨੂੰ, ਗੰਭੀਰਤਾ ਨੂੰ ਸਮਝਦੇ ਹਾਂ ਔਰ ਅਸੀਂ ਇਹਦੇ ਲਈ ਪੂਰਾ ਕੋਰਟ ਨੂੰ ਆਸ਼ਵਸਤ ਵੀ ਕਰਦੇ ਹਾਂ। ਤਾਂ ਕੋਰਟ ਨੇ ਕਿਹਾ ਵੀ ਹੈ ਕਿ ਠੀਕ ਹੈ, ਅਸੀਂ ਤੁਹਾਡੀ ਜਿਹੜੀ ਤੁਸੀਂ ਆਸ਼ਵਾਸਨ ਦੇ ਰਹੇ ਹੋ ਜਾਂ ਗੰਭੀਰਤਾ ਅਸੀਂ ਤੁਹਾਨੂੰ ਕਹਿੰਦੇ ਹਾਂ ਵੀ ਤੁਸੀਂ ਚੰਗੀ ਸੋਚ ਰੱਖਦੇ ਹੋ, ਲੇਕਿਨ ਇਹਦੀ ਜਿਹੜੀ ਲੀਕ ਹੋਇਆ ਸੀਗਾ ਕਿ ਸਿਕਿਉਰਿਟੀ ਦਾ ਇਹ ਕਹਿਣਾ ਕਿ ਜੀ ਇਹ ਘੱਟ ਕਰਾਤੀ ਗਈ, ਇਹ ਮੀਡੀਆ 'ਚ ਨਹੀਂ ਆਣੀ ਚਾਹੀਦੀ ਸੀ। ਔਰ ਕੋਰਟ ਵਿਜੇ ਪਹਿਲਾਂ ਵੀ ਜਿੰਨੀ ਵਾਰ ਵੀ ਮਾਮਲਾ ਸੁਣਵਾਈ ਲਈ ਆਇਆ, ਜਸਟਿਸ ਰਾਜਮੋਹਨ ਨੇ ਹਮੇਸ਼ਾ ਇਹ ਸਵਾਲ ਚੁੱਕਿਆ ਹੈ ਕਿ ਇਹਦਾ ਹੁਣ ਇਲਾਜ ਕੀ ਹੈ, ਜਿਹੜੀ ਸਿਕਿਉਰਿਟੀ ਦੀ ਲੀਕ ਹੈ ਇਹਦਾ ਇਲਾਜ ਕੀ ਹੈ, ਤਾਂ ਕਿ ਫਿਊਚਰ 'ਚ ਐਦਾਂ ਨਾ ਹੋਏ। ਤਾਂ ਵਿਨੋਦ ਕਈ ਨੇ ਕਿਹਾ, ਐਡਵੋਕੇਟ ਜਨਰਲ ਨੇ, ਕਿ ਦੇਖੋ ਜੀ ਇਹਦਾ ਹੁਣ ਇਲਾਜ ਇਹੀ ਹੈ ਕਿ ਅਸੀਂ ਹੁਣ ਦੁਬਾਰਾ ਜਿਹੜੀ ਰਿਵਿਊ ਕਰ ਰਹੇ ਨੇ ਕਿ ਕਿਆ ਇਸ ਚੀਜ਼ ਤੋਂ ਬਾਅਦ, ਜਦੋਂ ਇਹ ਲੀਕ ਹੋਇਆ ਉਸ ਤੋਂ ਬਾਅਦ ਕਿਆ ਵਾਕਈ ਜਿਨ੍ਹਾਂ ਨੂੰ ਹੈਗਾ ਸਿਕਿਉਰਿਟੀ ਥ੍ਰੈਟ ਹੈ ਕਿੰਨਾ ਨਹੀਂ ਹੈ, ਕਿਉਂਕਿ ਉਹ ਏਜੰਸੀਆਂ ਦਾ ਔਰ ਗਰੁੱਪ ਦਾ ਕੰਮ ਹੈ ਜਿਹੜੀ ਇਹ ਰਿਵਿਊ ਕਰਦੀਆਂ ਨੇ। ਹੁਣ ਰਿਜ਼ਰਵ ਰੱਖਿਆ ਗਿਆ ਵਿਜੇ ਫੈਸਲਾ, ਔਰ ਇਹ ਕਿਹਾ ਗਿਆ ਸਰਕਾਰ ਨੂੰ ਕਿ ਜਿਹੜੇ ਆਰਡਰ ਸਰਕਾਰ ਨੇ ਟਾਈਮ ਤੇ ਕੱਢੇ ਨੇ ਸਿਕਿਉਰਿਟੀ ਨੂੰ ਲੈ ਕੇ, ਉਹ ਸਾਰੇ ਆਰਡਰ ਇੱਕ ਡਿਟੇਲ ਦਿੱਤੀ ਜਾਵੇ ਔਰ ਉਹ ਫੈਸਲਾ ਜਦੋਂ ਆਏਗਾ ਤਾਂ ਅਸੀਂ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰਾਂਗੇ। ਔਰ ਉਮੇਸ਼, ਇਹ ਜਿਹੜਾ ਡਾਕੂਮੈਂਟ ਲੀਕ ਹੋਣ ਵਾਲੀ ਗੱਲ ਸੀ, ਇਸ ਤੇ ਕੋਈ ਟਿੱਪਣੀ ਕੀਤੀ ਕੋਰਟ ਨੇ? ਨਹੀਂ, ਕੋਰਟ, ਮੈਂ ਜਿੱਦਾਂ ਜ਼ਿਕਰ ਕੀਤਾ ਵਿਜੇ ਕਿ ਜਦੋਂ ਵੀ ਸੁਣਵਾਈ ਹੋਈ ਹੈ ਕੋਰਟ ਨੇ ਹਮੇਸ਼ਾ ਇਹ ਸਵਾਲ ਚੁੱਕਿਆ ਕਿ ਇਹ ਜਿਹੜਾ ਲੀਕ ਹੋਇਆ ਮੀਡੀਆ 'ਚ, ਹੁਣ ਇਹਦਾ ਇਲਾਜ ਕੀ ਹੈ। ਕਿਉਰ ਵਰਡ ਹਮੇਸ਼ਾ ਜਸਟਿਸ ਰਾਜਮੋਹਨ ਵੱਲੋਂ ਯੂਜ਼ ਕੀਤਾ ਗਿਆ ਔਰ ਅੱਜ ਵੀ ਕਿਹਾ ਗਿਆ ਕਿ ਇਹਦਾ ਇਲਾਜ ਕੀ ਹੈ, ਕਿਉਰ ਕੀ ਹੈ। ਉਹਦਾ ਤਾਂ ਹੀ ਜਵਾਬ ਐਡਵੋਕੇਟ ਜਨਰਲ ਵਿਨੋਦ ਕਈ ਨੇ ਦਿਆ ਕਿ ਇਹਦਾ ਇਹੀ ਕਰ ਰਹੇ ਹਾਂ ਜੀ ਅਸੀਂ, ਕਿ ਪੂਰਾ ਹੁਣ ਰਿਵਿਊ ਕਰ ਰਹੇ ਹਾਂ ਔਰ ਅਸੀਂ ਇਹ ਨਹੀਂ ਕਹਿ ਰਹੇ ਕਿ ਜਿਨ੍ਹਾਂ ਨੂੰ ਸਿਕਿਉਰਿਟੀ ਦੀ ਲੋੜ ਹੈ ਪ੍ਰੋਪਰ ਸਰਕਾਰ ਦੇਖ ਰਹੀ ਹੈ ਔਰ ਇਹ ਰਿਵਿਊ ਕਰਨਾ ਏਜੰਸੀਆਂ ਦਾ ਕੰਮ ਹੈ। ਜਿਹੜੀ ਉਹਨਾਂ ਦੀ ਰਿਵਿਊ ਦੀ ਰਿਪੋਰਟ ਆਉਂਦੀ ਉਹਦੇ ਮੁਤਾਬਿਕ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਹੈ ਔਰ ਫਿਊਚਰ 'ਚ ਐਦਾਂ ਦਾ ਕਦਮ ਨਾ ਕੋਈ ਹੋਏ। ਯਾਨੀ ਉਮੇਸ਼, ਆਪਾਂ ਇਹ ਕਹਿ ਸਕਦੇ ਹਾਂ ਵੀ ਕੋਰਟ ਦੀ ਆਬਜ਼ਰਵੇਸ਼ਨ ਦੇ ਵਿੱਚ ਵੀ ਇਹ ਰਿਹਾ ਹੈ ਵੀ ਇਹੋ ਜਿਹੀਆਂ ਚੀਜ਼ਾਂ ਨੂੰ ਅਵੋਇਡ ਕੀਤਾ ਜਾਵੇ। ਜੇ ਸਰਕਾਰ ਦੇ ਕੋਈ ਵੀ ਇੰਟਰਨਲ ਫੈਸਲੇ ਨੇ ਇਸ ਬਾਬਤ, ਕਿਸੇ ਦੀ ਸਿਕਿਉਰਿਟੀ ਵਧਾਉਣੀ ਹੈ, ਕਿਸੇ ਦੀ ਘਟਾਉਣੀ ਹੈ, ਉਸ ਨੂੰ ਜਨਤਕ ਨਾ ਕੀਤਾ ਜਾਵੇ, ਇਹੀ ਸਮਝਿਆ ਜਾਵੇ। ਬਿਲਕੁਲ, ਇਹ ਕਿਉਂਕਿ ਪਹਿਲਾਂ ਵੀ ਜਦੋਂ ਫਸਟ ਵਾਰ ਇਹ ਸੁਣਵਾਈ ਲਈ ਆਇਆ ਸੀ ਤਾਂ ਵੀ ਅਸੀਂ ਉਸ ਟਾਈਮ ਵੀ ਅਸੀਂ ਜ਼ਿਕਰ ਵੀ ਕੀਤਾ ਸੀ ਇਨਫੈਕਟ, ਔਰ ਕਿ ਕੋਰਟ ਨੇ ਇਹੀ ਕਿਹਾ ਕਿ ਜਨਤਕ ਕਰਨ ਦੀ ਚੀਜ਼ਾਂ ਵੈਸੇ ਵੀ ਨਹੀਂ ਹੈ, ਪ੍ਰੋਟੋਕਾਲ ਕਹਿੰਦਾ ਕਿ ਜਨਤਕ ਨਹੀਂ ਹੋਣੀ ਚਾਹੀਦੀਆਂ ਨੇ। ਔਰ ਪੰਜਾਬ ਸਰਕਾਰ ਦੇ ਵਕੀਲਾਂ ਵੱਲੋਂ ਪਹਿਲੇ ਵੀ ਇਹ ਕਿਹਾ ਗਿਆ, ਅੱਜ ਵੀ ਇਹ ਕਿਹਾ ਗਿਆ ਕਿ ਬਿਲਕੁਲ ਅਸੀਂ ਮੰਨਦੇ ਹਾਂ ਕਿ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ, ਲੇਕਿਨ ਹੁਣ ਕੋਰਟ ਇਹ ਕਹਿ ਰਿਹਾ ਕਿ ਇਹਦਾ ਕਿਉਰ ਕਰੋ। ਤਾਂ ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਜਸਟਿਸ ਰਾਜਮੋਹਨ ਸਿੰਘ ਨੂੰ, ਐਡਵੋਕੇਟ ਜਨਰਲ ਨੇ, ਕਿ ਅਸੀਂ ਬਿਲਕੁਲ ਗੰਭੀਰਤਾ ਹੈ ਸੋਚ ਰਹੇ ਹਾਂ ਔਰ ਪ੍ਰੋਪਰ ਸਾਡੇ ਕੋਲ ਜਿੰਨਾ ਵੀ ਅਸੈਸਮੈਂਟ ਹੁੰਦੀ ਹੈ ਏਜੰਸੀਆਂ ਦੀ, ਉਹ ਅਸੀਂ ਪ੍ਰੋਪਰ ਉਸ ਹਿਸਾਬ ਨਾਲ ਹੀ ਅੱਗੇ ਵਧਦੇ ਹਾਂ। ਠੀਕ ਹੈ, ਧੰਨਵਾਦ ਉਮੇਸ਼ ਇਸ ਜਾਣਕਾਰੀ ਦੇ ਲਈ। ਤਾਂ ਕੋਰਟ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਹੋਈ ਹੈ, ਹਾਲਾਂਕਿ ਕੋਰਟ ਨੇ ਫੈਸਲਾ ਜਿਹੜਾ ਹੈ ਉਹ ਰਿਜ਼ਰਵ ਰੱਖ ਲਿਆ। ਉਹ ਤਰੀਕ ਬਕਾਇਦਾ ਦਿੱਤੀ ਜਾਏਗੀ ਜਿਸ ਦਿਨ ਉਹਨਾਂ ਨੇ ਇਹ ਫੈਸਲਾ ਸੁਣਾਉਣਾ ਹੈ ਔਰ ਫਿਰ ਅਸੀਂ ਅਪਡੇਟ ਸਾਂਝੀ ਕਰਾਂਗੇ। ਪਰ ਕੋਰਟ ਨੇ ਸਰਕਾਰ ਨੂੰ ਕਿਹਾ ਕਿ ਇੱਕ ਤੇ ਜਿਨ੍ਹਾਂ ਲੋਕਾਂ ਨੂੰ ਵਾਕਿਆ ਹੀ ਸਿਕਿਉਰਿਟੀ ਥ੍ਰੈਟ ਹੈ ਉਹਨਾਂ ਦੀ ਸੁਰੱਖਿਆ ਹਰ ਹਾਲ 'ਚ ਯਕੀਨੀ ਬਣਾਈ ਜਾਵੇ ਔਰ ਜਿਹੜੇ ਕੋਈ ਡਾਕੂਮੈਂਟਸ ਲੀਕ ਦੀ ਗੱਲ ਹੈ ਉਸ ਨੂੰ ਘੱਟੋ ਘੱਟ ਅੱਗੇ ਤੋਂ ਇਸ ਦਾ ਕੋਈ ਜਿਹੜਾ ਹੈ ਉਹ ਸਥਾਈ ਇਲਾਜ ਕੀਤਾ ਜਾਵੇ ਤਾਂ ਕਿ ਇਸ ਤਰੀਕੇ ਦੇ ਡਾਕੂਮੈਂਟ ਬਾਹਰ ਨਾ ਹੋਣ ਜੋ ਵੀ ਇੰਟਰਨਲ ਸਿਕਿਉਰਿਟੀ ਦੇ ਨਾਲ ਜੁੜੇ ਹੋਏ ਨੇ। ਅਗਲੀ ਖਬਰ ਦਾ ਰੁਖ ਕਰਦੇ ਹਾਂ। 1000 ਰੁਪਏ ਤੋਂ ਘੱਟ ਕਿਰਾਏ ਵਾਲੀਆਂ ਸਰਾਵਾਂ ਤੇ ਟੈਕਸ ਨਹੀਂ ਲੱਗੇਗਾ, GST। ਇਹ ਕੇਂਦਰ ਨੇ ਸਪਸ਼ਟ ਕਰ ਦਿੱਤਾ ਹੈ। ਖਬਰ ਦਿਖਾਉਣੇ ਆ ਤੁਹਾਨੂੰ ਕਿ 1000 ਤੋਂ ਘੱਟ ਜਿੱਥੇ ਕਿਰਾਇਆ ਹੈ ਉਹਨਾਂ ਸਰਾਵਾਂ ਤੇ GST ਨਹੀਂ ਲੱਗਦਾ। ਇਸ ਨੂੰ ਲੈ ਕੇ ਕੇਂਦਰ ਨੇ ਸਪਸ਼ਟੀਕਰਨ ਦਿੱਤਾ ਹੈ ਕਿ ਉਹ ਸਾਰੀਆਂ ਥਾਵਾਂ ਜਿਹੜੀਆਂ ਨੇ ਉਹ GST ਦੇ ਦਾਇਰੇ ਤੋਂ ਬਾਹਰ ਨੇ। 3 ਸਰਾਵਾਂ ਵੱਲੋਂ ਜਿਹੜੀ ਹੁਣ ਤੱਕ ਉਹਨਾਂ ਨੇ ਟੈਕਸ ਦੀ ਰਕਮ ਭਰੀ ਹੈ ਉਸ ਨੂੰ ਵੀ ਰਿਫੰਡ ਕੀਤਾ ਜਾਏਗਾ ਔਰ ਉਹਨਾਂ ਨੇ ਕਿਹਾ ਹੈ ਕਿ ਇਹ GST ਦੇ ਦਾਇਰੇ ਤੋਂ ਬਾਹਰ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਕਿਸੇ ਨੂੰ ਕੋਈ ਨੋਟਿਸ ਨਹੀਂ ਭੇਜਿਆ, ਕਿਸੇ ਤੋਂ ਅਸੀਂ ਟੈਕਸ ਮੰਗਿਆ ਨਹੀਂ। ਗੁਰਦੁਆਰੇ ਦੀ 4 ਦੀਵਾਰੀ ਤੋਂ ਬਾਹਰ ਸਰਾਂ ਨੂੰ ਵੀ ਸਰਾਂ ਹੀ ਮੰਨਿਆ ਜਾਂਦਾ ਹੈ। ਇਹ ਵੀ ਕੇਂਦਰ ਨੇ ਸਪਸ਼ਟ ਕਰ ਦਿੱਤਾ ਕਿ ਜੋ ਗੁਰਦੁਆਰੇ ਦਾ ਦਾਇਰਾ ਹੈ, ਜੋ ਪ੍ਰੀਮਿਸਿਸ ਹੈ ਕਿਸੇ ਵੀ ਗੁਰਦੁਆਰਾ ਸਾਹਿਬ ਦਾ, ਉਸ ਦੇ ਬਾਹਰ ਵੀ ਜੇ ਸਰਾਂ ਬਣੀ ਵੀ ਹੈ ਜਿੱਥੇ ਸ਼ਰਧਾਲੂ ਆ ਕੇ ਰੁਕਦੇ ਨੇ ਤਾਂ ਉਸ ਨੂੰ ਵੀ ਟੈਕਸ ਤੋਂ ਐਗਜ਼ੰਪਸ਼ਨ ਹੈ, ਉਹ ਵੀ ਟੈਕਸ ਦੇ ਦਾਇਰੇ 'ਚ ਨਹੀਂ ਆਏਗੀ। ਨਾਲ ਹੀ ਕੇਂਦਰ ਨੇ ਵੀ ਕਿਹਾ ਕਿ ਜਿਹੜੀਆਂ ਸ਼੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਆਸ-ਪਾਸ 3 ਸਰਾਵਾਂ ਨੇ ਉਹਨਾਂ ਵੱਲੋਂ ਜੋ ਟੈਕਸ ਦੀ ਰਕਮ ਭਰੀ ਵੀ ਗਈ ਹੈ ਉਹ ਰਿਫੰਡ ਹੋਏਗੀ, ਜਿਹਦੇ 'ਚ ਗੁਰੂ ਗੋਬਿੰਦ ਸਿੰਘ NRI ਨਿਵਾਸ, ਬਾਬਾ ਦੀਪ ਸਿੰਘ ਨਿਵਾਸ ਇਹ ਸਰਾਵਾਂ ਨੇ। ਔਰ ਉਹਨਾਂ ਨੇ ਕਿਹਾ ਕਿ ਇਹਨਾਂ ਦਾ
GST ਜਿਹੜਾ ਹੈ ਉਹ ਰਿਫੰਡ ਹੋ ਜਾਏਗਾ। ਸੋ ਦਰਅਸਲ ਸਰਾਵਾਂ ਤੇ GST ਦੇ ਮਾਮਲੇ ਵਿੱਚ CBIC ਯਾਨੀ ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸਿਸ ਐਂਡ ਕਸਟਮਸ ਨੇ ਇਹ ਬਿਆਨ ਜਾਰੀ ਕੀਤਾ ਹੈ, ਜਿਸ 'ਚ ਕਿਹਾ ਗਿਆ ਹੈ ਕਿ ਸਰਾਵਾਂ ਤੇ ਵੱਖਰੇ ਤੌਰ ਤੇ ਟੈਕਸ ਨਹੀਂ ਲਗਾਇਆ ਗਿਆ। 1000 ਤੋਂ ਵੱਧ ਕਿਰਾਏ ਵਾਲੇ ਕਮਰਿਆਂ ਤੇ 12% GST ਹੈ, ਪਰ 1000 ਤੋਂ ਘੱਟ ਕਿਰਾਏ ਵਾਲੀਆਂ ਸਰਾਵਾਂ ਨੂੰ ਵੀ ਛੋਟ ਹੈ। ਅੰਮ੍ਰਿਤਸਰ ਦੀਆਂ 3 ਸਰਾਵਾਂ ਨੇ 18 ਜੁਲਾਈ ਤੋਂ GST ਭਰਨਾ ਸ਼ੁਰੂ ਕੀਤਾ ਹੈ, ਪਰ ਕੇਂਦਰ ਨੇ ਕਿਹਾ ਹੈ ਕਿ ਅਸੀਂ ਇਹਨਾਂ ਤੋਂ GST ਮੰਗਿਆ ਨਹੀਂ ਸੀ, ਨਾ ਕਿਸੇ ਤਰੀਕੇ ਦਾ ਕੋਈ ਨੋਟਿਸ ਭੇਜਿਆ ਗਿਆ ਸੀ, ਤੇ ਜੇ ਇਹਨਾਂ ਨੇ GST ਭਰ ਵੀ ਦਿੱਤਾ ਹੈ ਤਾਂ ਉਹ GST ਰਿਫੰਡ कर दिता जाएगा। का धन्यवाद करता हूँ। उन्होंने क्या कि कल शाम को बात हुई, आज हुई, उन्होंने इंस्ट्रक्ट किया मिनिस्ट्री ऑफ फाइनेंस को, GST काउंसिल को, और हमारी बातचीत हुई सेंट्रल बोर्ड ऑफ इनडायरेक्ट टैक्सेस एंड कस्टम्स से। तो एक तमाम उसमें एक क्लैरिफिकेशन दे दिया गया कि ये जो SGPC ओन्ड सराय हैं, चाहे गुरुद्वारा से बाहर है, वो SGPC की हैं या किसी रिलीजियस बॉडी की हैं, ट्रस्ट की हैं, चैरिटेबल इंस्टीट्यूशन की हैं, उन सराय पे कोई टैक्स नहीं देना पड़ेगा आज से। और अगर 17 जुलाई से उन्होंने कहा दिया है किसी ने, जैसे SGPC की पर्चियां आई, हमें धामी साहब से बात हुई, वो रिफंड ले सकते हैं। तो एक मामला ये आज बहुत बड़ा पंजाब सिख समुदाय को राहत। ਧੰਨਵਾਦ ਕਰਦੇ ਹਾਂ ਕਿ ਜੇ ਇਹ ਫੈਸਲਾ ਵਾਪਸ ਲੈਂਦੇ ਆ ਤਾਂ ਤੇ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਜਿਹੜਾ ਇਹ 2.5 ਕਰੋੜ GST ਪਾ ਰਹੇ ਨੇ ਸਾਨੂੰ ਸਾਰਾਗੜੀਆਂ ਵਾਸਤੇ, ਉਹ ਵੀ ਤੁਰੰਤ ਫੈਸਲਾ ਵਾਪਸ ਲੈਣਾ ਚਾਹੀਦਾ, ਕਿਉਂਕਿ 2.5 ਕਰੋੜ ਰੁਪਈਆ ਗੁਰੂ ਘਰ ਦਾ 1-1 ਰੁਪਈਆ ਲੋਕੀ ਮੱਥਾ ਟੇਕਦੇ, ਉਤੋਂ 2.5 ਕਰੋੜ ਰੁਪਈਆ ਬਣਨਾ, ਤਾਂ ਫਿਰ 2.5 ਕਰੋੜ ਰੁਪਈਆ ਪਲੰਟੀ ਜਿਹੜੀ ਪਾ ਰਹੇ ਆ GST ਪਾ ਰਹੇ ਉਹ ਵਾਪਸ ਲੈਣ। ਤੇ ਅਗਲੀ ਵੱਡੀ ਖਬਰ ਦਾ ਰੁਖ ਕਰਦੇ ਹਾਂ, ਆਯੁਸ਼ਮਾਨ ਸਕੀਮ ਦਾ ਜ਼ਿਕਰ ਕਰਦੇ ਹਾਂ। ਇਸ ਸਕੀਮ ਦੇ ਵਿੱਚ PGI ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਵੀ ਇਲਾਜ ਬੰਦ ਹੈ। ਪੰਜਾਬ ਦੇ ਹਸਪਤਾਲਾਂ ਦੇ ਵਿੱਚ ਆਯੁਸ਼ਮਾਨ ਸਕੀਮ ਦੇ ਤਹਿਤ ਕੋਈ ਇਲਾਜ ਨਹੀਂ ਹੋ ਰਿਹਾ, ਕਿਉਂਕਿ ਪੰਜਾਬ ਸਰਕਾਰ ਵੱਲ ਬਕਾਇਆ ਖੜਾ ਹੈ। ਪੰਜਾਬ ਦੇ ਹਸਪਤਾਲਾਂ ਦੇ ਵਿੱਚ ਵੀ ਇਹ ਇਲਾਜ ਰੁਕਿਆ ਹੋਇਆ ਹੈ ਔਰ ਖਮਿਆਜ਼ਾ ਮਰੀਜ਼ਾਂ ਨੂੰ ਭੁਗਤਣਾ ਪੈ ਰਿਹਾ ਹੈ। ਫਰੀਦਕੋਟ ਦੇ 14 ਹਸਪਤਾਲ ਨੇ 5 ਤੋਂ 7 ਕਰੋੜ ਰੁਪਇਆ ਬਕਾਇਆ ਹੈ 14 ਹਸਪਤਾਲਾਂ ਦਾ, ਔਰ 6 ਮਹੀਨਿਆਂ ਤੋਂ ਫਰੀਦਕੋਟ ਦੇ ਵਿੱਚ ਇਲਾਜ ਬੰਦ ਹੈ। ਫਰੀਦਕੋਟ ਦੇ ਹਸਪਤਾਲਾਂ ਦੇ ਮੁਖੀਆਂ ਦੇ ਮੁਤਾਬਕ ਦਸੰਬਰ 2021 ਤੋਂ ਬਾਅਦ ਪ੍ਰਾਈਵੇਟ ਹਸਪਤਾਲਾਂ ਨੂੰ ਆਯੁਸ਼ਮਾਨ ਸਕੀਮ ਦੀ ਰਾਸ਼ੀ ਜਾਰੀ ਹੀ ਨਹੀਂ ਕੀਤੀ ਗਈ। ਇਸ ਕਰਕੇ ਇਹਨਾਂ ਹਸਪਤਾਲਾਂ ਦੇ ਵਿੱਚ ਆਯੁਸ਼ਮਾਨ ਸਕੀਮ ਦੇ ਤਹਿਤ ਇਲਾਜ ਬੰਦ ਕਰ ਦਿੱਤਾ ਗਿਆ। ਆਯੁਸ਼ਮਾਨ ਭਾਰਤ ਸਕੀਮ ਹੈ, ਇਹ 2019 ਤੋਂ ਚੱਲ ਰਹੀ ਹੈ ਤਕਰੀਬਨ। ਤਾਂ ਇਸ ਦੀ ਜੋ ਵੀ ਕੇਸ ਹੁੰਦੇ ਸੀ ਤਾਂ ਉਸ ਦੀ ਪੇਮੈਂਟ ਆਲਮੋਸਟ ਰੈਗੂਲਰ ਆ ਰਹੀ ਸੀ, ਪਰ ਦਸੰਬਰ ਤੋਂ ਬਾਅਦ ਇਸ ਦੀ ਕੋਈ ਪੇਮੈਂਟ ਕਿਸੇ ਵੀ ਹਸਪਤਾਲ ਕੋਲੇ नहीं आई। उम्मीद पे दुनिया कायम है, बट अश्योरेंसेस पहले भी आ चुकी हैं। लेट्स होप दिस टाइम जैसे गवर्नमेंट कह रही है वैसे जो पेमेंट सारे हॉस्पिटल्स की पेंडिंग है वो निकलेंगी, और हम चाहते हैं कि अगर वो पेमेंट्स क्लियर हो तो IMA पंजाब। ਤੇ ਅਗਲੀ ਵੱਡੀ ਖਬਰ ਦੂਸ਼ਿਤ ਪਾਣੀ ਦੇ ਕਹਿਰ ਦੀ। ਦੂਸ਼ਿਤ ਪਾਣੀ ਨੇ ਜਾਨ ਲਈ ਹੈ ਕਈ ਲੋਕਾਂ ਦੀ। ਅੰਮ੍ਰਿਤਸਰ ਦੇ ਪਿੰਡ ਫਤਿਹਗੜ੍ਹ ਸ਼ੁਕਰ ਚੱਕ ਦਾ ਇਹ ਮਾਮਲਾ ਹੈ, ਜਿੱਥੇ ਦੂਸ਼ਿਤ ਪਾਣੀ ਪੀਣ ਨਾਲ, ਜ਼ਹਿਰੀਲਾ ਪਾਣੀ ਪੀਣ ਨਾਲ 4 ਲੋਕਾਂ ਦੀ ਮੌਤ ਹੋ ਗਈ। ਫਤਿਹਗੜ੍ਹ ਸ਼ੁਕਰ ਚੱਕ ਇਹ ਅੰਮ੍ਰਿਤਸਰ ਦਾ ਪਿੰਡ ਹੈ, ਜਿੱਥੇ ਜ਼ਹਿਰੀਲਾ ਪਾਣੀ ਪੀਣ ਨਾਲ 4 ਲੋਕਾਂ ਦੀ ਮੌਤ ਹੋ ਗਈ। 80 ਤੋਂ ਵੱਧ ਲੋਕ ਇਸ ਪਾਣੀ ਨੂੰ ਪੀਣ ਨਾਲ ਬਿਮਾਰ ਹੋ ਗਏ। 4 ਮੌਤਾਂ ਤੋਂ ਬਾਅਦ ਸਿਹਤ ਮਹਿਕਮੇ ਦੀ ਟੀਮ ਪਿੰਡ ਪਹੁੰਚੀ ਹੈ, ਔਰ ਸਿਹਤ ਮਹਿਕਮੇ ਦੀਆਂ ਟੀਮਾਂ ਵੱਲੋਂ ਹੁਣ ਟੈਸਟ ਲਈ ਸੈਂਪਲ ਭਰੇ ਜਾ ਰਹੇ ਨੇ ਟੈਸਟ ਦੇ ਲਈ। ਸੋ ਜ਼ਹਿਰੀਲਾ ਪਾਣੀ ਕਿਸ ਤਰੀਕੇ ਨਾਲ ਹੋਇਆ ਕਿ 4 ਲੋਕਾਂ ਦੀ ਜਾਨ ਹੀ ਚਲੀ ਗਈ। ਸੋ ਇਹ ਕਾਫੀ ਗੰਭੀਰ ਮਸਲਾ ਹੈ। ਸਿਹਤ ਮਹਿਕਮੇ ਦੀ ਟੀਮ ਦੇ ਅਧਿਕਾਰੀ ਪਹੁੰਚੇ ਨੇ ਔਰ ਹੁਣ ਸੈਂਪਲ ਲਏ ਜਾ ਰਹੇ ਨੇ। ਇੱਕ ਛੋਟੇ ਜਿਹੇ ਬ੍ਰੇਕ ਦਾ ਵੇਲਾ ਹੈ, ਜਲਦ ਵਾਪਸ ਆਉਣਾ।